ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰਸਿੱਧ ਪੰਜਾਬੀ ਕਵੀ ਬਾਵਾ ਬਲਵੰਤ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਾਂਗੇ। ਭਾਵ ਬਾਵਾ ਬਲਵੰਤ ਦਾ ਪੰਜਾਬੀ ਕਾਵਿ ਖੇਤਰ ਦੇ ਵਿੱਚ ਕੀ ਯੋਗਦਾਨ ਹੈ ਜਾਂ ਪੰਜਾਬੀ ਸਾਹਿਤ ਨੂੰ ਉਹਨਾਂ ਦੀ ਕੀ ਦੇਣ ਹੈ, ਇਸ ਦੇ ਬਾਰੇ ਚਾਨਣਾ ਪਾਇਆ ਜਾਏਗਾ। ਬਾਵਾ ਬਲਵੰਤ ਪੰਜਾਬੀ ਸਾਹਿਤ ਦੇ ਇੱਕ ਅਜਿਹੇ ਅਗਾਂਹਵਧੂ ਕਵੀ ਹੋਏ ਹਨ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾਂ 'ਤੇ ਤੋਰਦਿਆਂ ਹੋਇਆਂ ਇੱਕ ਨਵਾਂ ਕਾਵਿ ਮੁਹਾਂਦਰਾ ਬਖਸ਼ਿਆ। ਇਹ ਇੱਕ ਅਜਿਹੇ ਪਹਿਲੇ ਪ੍ਰਗਤੀਵਾਦੀ ਕਵੀ ਹਨ ਜਿਨ੍ਹਾਂ ਨੇ ਪ੍ਰਗਤੀਵਾਦ ਨੂੰ ਆਪਣੀਆਂ ਕਵਿਤਾ ਦੇ ਵਿੱਚ ਜੋ ਹੈ ਨਾਅਰੇ ਦੇ ਰੂਪ ਵਿੱਚ ਨਹੀਂ ਪ੍ਰਗਟਾਇਆ, ਸੰਬੋਧਨੀ ਸ਼ੈਲੀ ਨੂੰ ਤਿਆਗ ਕੇ ਇੱਕ ਨਵੀਂ ਸ਼ੈਲੀ ਜਿਹੜੀ ਹੈ, ਨਵੀਂ ਵਿਲੱਖਣ ਸ਼ੈਲੀ ਦੀ ਸਿਰਜਣਾ ਕੀਤੀ ਔਰ ਪੰਜਾਬੀ ਕਾਵਿ ਖੇਤਰ ਦੇ ਵਿੱਚ ਨਵੀਆਂ ਪਿਰਤਾਂ ਪਾਈਆਂ। ਸੋ ਪੰਜਾਬੀ ਕਵੀ ਬਾਵਾ ਬਲਵੰਤ ਦਾ ਜਨਮ ਜੋ ਹੈ ਅਗਸਤ 1915 ਈਸਵੀ ਦੇ ਵਿੱਚ ਨੇਸ਼ਠਾ, ਜੋ ਕਿ ਅਟਾਰੀ ਦੇ ਨੇੜੇ ਹੈ ਪਿੰਡ ਵਿਖੇ ਹੋਇਆ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਪਿੰਡ। ਇਹਨਾਂ ਦੇ ਮਾਤਾ ਪਿਤਾ ਦਾ ਨਾਮ ਗਿਆਨ ਦੇਵੀ ਅਤੇ ਦੀਨਾਨਾਥ ਹੈ। ਹਾਲਾਂਕਿ ਬਾਵਾ ਬਲਵੰਤ ਦਾ ਬਚਪਨ ਦਾ ਨਾਮ ਜੋ ਹੈ ਉਹ ਮੰਗਲ ਸੇਨ ਸੀ। ਬਾਅਦ ਦੇ ਵਿੱਚ ਉਹਨਾਂ ਦਾ ਨਾਮ ਬਲਵੰਤ ਰਾਏ ਰੱਖਿਆ ਗਿਆ। ਪਰ ਬਾਵਾ ਸ਼ਬਦ ਕਿਹਾ ਜਾਂਦਾ ਹੈ ਕਿ ਬਾਵਾ ਬਲਵੰਤ ਜੋ ਹੈ ਬਚਪਨ ਦੇ ਵਿੱਚ ਬਹੁਤ ਸੋਹਣਾ ਸੁਨੱਖਾ ਗੁਬਲਾ ਜਿਹਾ ਬੱਚਾ ਹੋਣ ਕਰਕੇ ਉਸਨੂੰ ਸਾਰੇ ਬਾਵਾ ਕਹਿ ਕੇ ਬੁਲਾਉਂਦੇ ਸੀ। ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਬਾਵਾ ਬਲਵੰਤ ਸ਼ਬਦ ਜੋ ਹੈ ਉਹ ਪੱਕੇ ਤੌਰ 'ਤੇ ਜੁੜ ਗਿਆ। ਬਾਵਾ ਬਲਵੰਤ ਦੀ ਸਿੱਖਿਆ ਜੋ ਹੈ ਕੋਈ ਖਾਸ ਕਰਕੇ ਜੋ ਵਿਧੀਵਤ ਅੰਦਾਜ਼ ਦੇ ਵਿੱਚ ਸਕੂਲੀ ਸਿੱਖਿਆ ਇਹਨਾਂ ਨੇ ਹਾਸਲ ਨਹੀਂ ਕੀਤੀ, ਕਿਉਂਕਿ ਬਾਬਾ ਬਲਵੰਤ ਜੋ ਹੈ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ। ਸੋ ਇਹਨਾਂ ਨੇ ਜੋ ਹੈ ਸਕੂਲੀ ਸਿੱਖਿਆ ਦੀ ਥਾਵੇਂ ਘਰ ਦੇ ਵਿੱਚ ਰਹਿ ਕੇ ਹੀ ਉਰਦੂ ਅਤੇ ਹਿੰਦੀ ਦਾ ਜੋ ਗਿਆਨ ਸੀ ਉਹ ਹਾਸਲ ਕੀਤਾ ਆਪਣੇ ਮਾਤਾ ਪਿਤਾ ਤੋਂ। ਬਾਵਾ ਦੇ ਪਿਤਾ ਦੀਨਾਨਾਥ ਨੇ ਇਹਨਾਂ ਨੂੰ ਉਰਦੂ ਸਾਹਿਤ ਦੇ ਪ੍ਰਤੀ ਸੋਝੀ ਪੈਦਾ ਕੀਤੀ ਔਰ ਮਾਤਾ ਗਿਆਨ ਦੇਵੀ ਜਿਹੜੀ ਹੈ ਉਹ ਇਹਨਾਂ ਨੂੰ ਹਿੰਦੀ ਸਾਹਿਤ ਦੀ ਜਾਣਕਾਰੀ ਦਿੰਦੇ ਰਹੇ। ਬਾਅਦ ਦੇ ਵਿੱਚ ਇਹਨਾਂ ਨੇ ਜੋ ਹੈ ਉਰਦੂ ਦੇ ਕਵੀ ਇਕਬਾਲ ਨੂੰ ਪੜ੍ਹਦਿਆਂ ਹੋਇਆਂ ਫਾਰਸੀ ਅਤੇ ਹਿੰਦੀ ਸੰਸਕ੍ਰਿਤ ਵੱਲ ਵੀ ਆਪਣੇ ਕਦਮ ਵਧਾਏ ਔਰ ਇਹਨਾਂ ਦੀ ਜੋ ਹੈ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਸਭ ਤੋਂ ਪਹਿਲੀ ਪੁਸਤਕ ਵੀ ਜਿਹੜੀ ਸੀ ਉਹ ਉਰਦੂ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਔਰ ਬਾਅਦ ਦੇ ਵਿੱਚ ਇਹਨਾਂ ਦਾ ਝੁਕਾਅ ਜੋ ਹੈ ਸੰਪੂਰਨ ਤੌਰ 'ਤੇ ਪੰਜਾਬੀ ਸਾਹਿਤ ਵੱਲ ਹੋ ਗਿਆ ਔਰ ਅੰਤ 1972 ਈਸਵੀ ਨੂੰ ਪੰਜਾਬੀ ਸਾਹਿਤ ਦਾ ਇੱਕ ਬੇਹੱਦ ਹੋਣਹਾਰ ਕਵੀ ਜੋ ਹੈ ਬਹੁਤ ਛੋਟੀ ਉਮਰ ਦੇ ਵਿੱਚ ਹੀ, ਭਾਵ 50-55 ਸਾਲ ਦੀ ਉਮਰ ਦੇ ਵਿੱਚ ਹੀ ਇਹ ਅਕਾਲ ਚਲਾਣਾ ਕਰ ਗਏ। ਬਾਵਾ ਬਲਵੰਤ ਦਾ ਪੰਜਾਬੀ ਕਾਵਿ ਖੇਤਰ ਦੇ ਵਿੱਚ ਜੋ ਹੈ ਬੜਾ ਜੋ ਹੈ ਨਿਵੇਕਲਾ ਯੋਗਦਾਨ ਰਿਹਾ ਹੈ। ਇਹਨਾਂ ਦੀ ਪਹਿਲੀ ਪੰਜਾਬੀ ਜੋ ਪੁਸਤਕ ਸੀ ਉਰਦੂ ਸਾਹਿਤ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ 1930 ਈਸਵੀ ਦੇ ਵਿੱਚ, ਜਿਸ ਦਾ ਨਾਮ ਸੀ ਸ਼ੇਰੇ ਹਿੰਦ। ਕਿਉਂਕਿ ਬਾਵਾ ਬਲਵੰਤ ਜੋ ਸਨ ਇਨਕਲਾਬੀ ਜਾਂ ਕ੍ਰਾਂਤੀਕਾਰੀ ਰੰਗ ਦੇ ਕਵੀ ਸਨ। ਸੋ ਇਹ ਪੁਸਤਕ ਜੋ ਉਹਨਾਂ ਦੀ 1930 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਅੰਗਰੇਜ਼ ਸਰਕਾਰ ਦੇ ਵੱਲੋਂ ਜ਼ਬਤ ਕਰ ਲਈ ਗਈ ਸੀ ਔਰ ਬਾਅਦ ਦੇ ਵਿੱਚ ਇਹਨਾਂ ਨੇ ਆਪਣੀਆਂ ਜੋ ਕਾਵਿ ਸਿਰਜਣਾਵਾਂ ਜੋ ਹਨ ਉਹ ਪੰਜਾਬੀ ਭਾਸ਼ਾ ਦੇ ਵਿੱਚ ਕੀਤੀਆਂ। ਇਹਨਾਂ ਦੀ ਪਹਿਲੀ ਜੋ ਕਾਵਿ ਸੰਗ੍ਰਹਿ ਸੀ ਪਹਿਲਾ 1941 ਈਸਵੀ ਦੇ ਵਿੱਚ ਮਹਾਨਾਚ ਨਾਮ ਦਾ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਅਮਰ ਗੀਤ ਜੋ ਕਾਵਿ ਸੰਗ੍ਰਹਿ ਹੈ ਇਹਨਾਂ ਨੇ 1942 ਈਸਵੀ ਦੇ ਵਿੱਚ ਪ੍ਰਕਾਸ਼ਿਤ ਕਰਵਾਇਆ। ਜਵਾਲਾਮੁਖੀ 1947 ਵਿੱਚ, ਬੰਦਰਗਾਹ 1955 ਅਤੇ ਸੁਗੰਧ ਸਮੀਰ ਨਾਮ ਦਾ ਕਾਵਿ ਸੰਗ੍ਰਹਿ ਜੋ ਹੈ 1959 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ। ਕਿਸ ਕਿਸ ਤਰ੍ਹਾਂ ਦੇ ਨਾਚ ਜੋ ਸਨ ਇਹਨਾਂ ਦੀ ਵਾਰਤਕ ਪੁਸਤਕ ਹੈ। ਇਸ ਤੋਂ ਸਿਵਾ ਇਹਨਾਂ ਨੇ ਸੋਨੇਟ ਜੋ ਸੀ ਉਸ ਦੇ ਆਧਾਰ 'ਤੇ ਵੀ ਪੰਜਾਬੀ ਕਾਵਿ ਸਿਰਜਣਾ ਜੋ ਸੀ ਕੀਤੀ। ਇਸ ਤੋਂ ਬਾਅਦ ਆ ਜਾਂਦਾ ਹੈ ਪੰਜਾਬੀ ਦੇ ਵਿੱਚ ਜੋ ਇਹਨਾਂ ਨੇ ਕਾਵਿ ਸਿਰਜਣਾ ਕੀਤੀ। ਬਾਵਾ ਬਲਵੰਤ ਦੀਆਂ ਕਵਿਤਾਵਾਂ ਦਾ ਜੋ ਵਿਸ਼ਾ ਪੱਖ ਸੀ ਉਹ ਕੀ ਰਿਹਾ। ਇਹਨਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਜਿਹੜੇ ਹਨ ਇਹਨਾਂ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਸਕਦੇ ਹਨ। ਪਹਿਲਾ ਇਹਨਾਂ ਦਾ ਰੰਗ ਜੋ ਸੀ ਉਹ ਸੀ ਅਧਿਆਤਮਵਾਦੀ, ਦੂਸਰਾ ਪ੍ਰੀਤ ਦਾ ਪੁਜਾਰੀ ਅਤੇ ਤੀਸਰਾ ਕ੍ਰਾਂਤੀਕਾਰੀ, ਜੋ ਕਿ ਮੁਖਰ ਰੂਪ ਦੇ ਵਿੱਚ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਜੋ ਹੈ ਸਾਨੂੰ ਨਜ਼ਰ ਆਉਂਦਾ ਹੈ।
ਬਾਵਾ ਦਾ ਪਹਿਲਾ ਕਾਵਿ ਸੰਗ੍ਰਹਿ ਜੋ ਮਹਾਨਾਦ ਹੈ, ਜੋ 1941 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੇ ਵਿੱਚ ਇਹਨਾਂ ਦੀਆਂ ਅਧਿਆਤਮਵਾਦੀ ਰੰਗਨ ਦੀਆਂ ਕਵਿਤਾਵਾਂ ਮਿਲਦੀਆਂ ਹਨ। ਪਰ ਸਭ ਤੋਂ ਵੱਡੀ ਗੱਲ ਇਹ ਹੈ ਬਾਵਾ ਦੇ ਬਾਰੇ ਕਿ ਇਹਨਾਂ ਦਾ ਅਧਿਆਤਮਵਾਦ ਜੋ ਸੀ ਉਹ ਅੱਖਾਂ ਮੀਟ ਕੇ ਰੱਬ ਦੀ ਭਗਤੀ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਸਗੋਂ ਅੰਧ ਵਿਸ਼ਵਾਸਾਂ ਦਾ ਖੰਡਨ ਕਰਦਾ ਹੈ। ਅਤੇ ਅਧਿਆਤਮਵਾਦੀ ਢੰਗ ਦੇ ਨਾਲ ਇਹ ਰਹੱਸਵਾਦ ਬਾਰੇ ਜਾਣਨ ਦੇ ਲਈ ਉਤਸੁਕ ਹਨ। ਇਹਨਾਂ ਦਾ ਪ੍ਰਗਟਾਵਾ ਜੋ ਹੈ ਅਧਿਆਤਮਵਾਦ ਦਾ ਇਹਨਾਂ ਦੀ ਕਵਿਤਾ ਦੇ ਵਿੱਚ ਪਹਿਲੇ ਕਾਵਿ ਸੰਗ੍ਰਹਿ ਅਤੇ ਦੂਜਾ ਕਾਵਿ ਸੰਗ੍ਰਹਿ ਜੋ ਹੈ ਅਮਰ ਗੀਤ 1942 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ, ਦੋਹਾਂ ਦੇ ਵਿੱਚ ਮਿਲਦਾ ਹੈ। ਪਰ ਇਹਨਾਂ ਨੇ ਰੱਬ ਦੀ ਹੋਂਦ ਨੂੰ ਜੋ ਹੈ ਅੰਧ ਵਿਸ਼ਵਾਸੀ ਨਜ਼ਰੀਏ ਤੋਂ ਜੋ ਹੈ ਸਵੀਕਾਰ ਨਹੀਂ ਕੀਤਾ, ਸਗੋਂ ਇਹਨਾਂ ਨੇ ਸੰਸਾਰ ਦੀ ਹੋਂਦ ਦਾ ਕਾਰਨ ਜੋ ਹੈ ਸਿਰਫ ਕਿਸੇ ਦੈਵੀ ਸ਼ਕਤੀ ਨੂੰ ਨਹੀਂ, ਸਗੋਂ ਪਦਾਰਥ ਦੇ ਅੰਦਰਲੇ ਦਵੰਦ ਨੂੰ ਹੀ ਮੰਨਿਆ ਹੈ। ਕਿਉਂਕਿ ਇਹਨਾਂ ਦੇ ਅਨੁਸਾਰ ਦੁਨੀਆ ਦਾ ਵਿਕਾਸ, ਵਿਨਾਸ਼ ਅਤੇ ਵਿਗਾਸ ਭਾਵ ਖੇੜਾ ਜੋ ਹੈ ਇਹ ਕਿਸੇ ਦੈਵੀ ਸ਼ਕਤੀ ਦੇ ਆਧਾਰ 'ਤੇ ਨਹੀਂ ਹੁੰਦਾ, ਸਗੋਂ ਬ੍ਰਹਿਮੰਡ ਦੇ ਅੰਦਰ ਜੋ ਅੰਦਰਲੀਆਂ ਜੋ ਇਸ ਦੀਆਂ ਦਵੰਦ ਹਨ ਉਸ ਤੋਂ ਜੋ ਹੈ ਸੰਸਾਰ ਦਾ ਵਿਕਾਸ ਹੁੰਦਾ ਹੈ। ਅਤੇ ਦੂਸਰਾ ਜੋ ਪ੍ਰੀਤ ਦਾ ਪੁਜਾਰੀ ਵਾਲਾ ਸੰਕਲਪ ਜੋ ਹੈ ਇਹ ਵੀ ਇਹਨਾਂ ਦੇ ਪਹਿਲੇ ਅਤੇ ਦੂਸਰੇ ਕਾਵਿ ਸੰਗ੍ਰਹਿ ਜੋ ਹਨ ਉਹਨਾਂ ਦੇ ਵਿੱਚ ਜ਼ਿਆਦਾ ਮੁਖਰ ਹੋ ਕੇ ਪੇਸ਼ ਹੋਇਆ ਹੈ। ਕਿਉਂਕਿ ਬਾਵਾ ਬਲਵੰਤ ਇੱਕ ਅਜਿਹੇ ਕਵੀ ਹਨ ਜਿਨ੍ਹਾਂ ਨੇ ਜੋ ਸਮਕਾਲੀ ਜੋ ਮਾਹੌਲ ਸੀ ਜਾਂ ਸਮਕਾਲੀ ਜੋ ਪਰਿਸਥਿਤੀਆਂ ਸਨ ਉਹਨਾਂ ਦੇ ਅਗੇਂਸਟ ਜੋ ਹੈ ਉਸਨੇ ਉਹਨਾਂ ਦੇ ਨਾਲੋਂ ਬਿਲਕੁਲ ਵੱਖਰੇ ਢੰਗ ਦੇ ਨਾਲ ਪ੍ਰੀਤ ਨੂੰ ਜੋ ਹੈ, ਮੁਹੱਬਤ ਨੂੰ ਸੰਸਾਰ ਦਾ ਜਾਂ ਮਨੁੱਖ ਦਾ ਇੱਕ ਪ੍ਰੇਰਨਾ ਸਰੋਤ ਮੰਨਿਆ ਹੈ। ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸੱਚੀ ਸੁੱਚੀ ਪ੍ਰੀਤ ਦੀ ਭਾਵਨਾ ਪੈਦਾ ਹੁੰਦੀ ਹੈ, ਉਹ ਪ੍ਰੀਤ ਜਿਹੜੀ ਹੈ ਮਨੁੱਖ ਨੂੰ ਜੋ ਹੈ ਉਸਾਰੀ ਦੀ ਵਾਲੇ ਪਾਸੇ ਲਾਉਂਦੀ ਹੈ, ਉਸਾਰੀ ਦੀ ਲਗਨ ਜਾਂ ਜ਼ਿੰਦਗੀ ਜਿਉਣ ਦਾ ਚਾਅ ਉਸ ਦੇ ਅੰਦਰ ਪੈਦਾ ਕਰਦੀ ਹੈ। ਇਸੇ ਲਈ ਉਸਨੇ ਆਪਣੀ ਕਵਿਤਾ ਦੇ ਵਿੱਚ ਜੋ ਹੈ ਆਪਣੀ ਵਿਛੜ ਚੁੱਕੀ ਪ੍ਰੇਮਿਕਾ ਨੂੰ ਜੋ ਹੈ ਮੁਖਾਤਿਬ ਹੋ ਕੇ, ਪਹਿਲਾ ਕਵੀ ਬਾਵਾ ਬਲਵੰਤ ਅਜਿਹਾ ਹੈ ਜਿਸ ਨੇ ਆਪਣੀ ਪ੍ਰੇਮਿਕਾ ਨੂੰ ਸਿੱਧੇ ਤੌਰ 'ਤੇ ਮੁਖਾਤਿਬ ਹੋ ਕੇ ਉਸ ਦਾ ਨਾਮ ਲੈ ਕੇ ਆਪਣੀਆਂ ਕਾਵਿ ਸਿਰਜਣਾਵਾਂ ਕੀਤੀਆਂ ਹਨ। ਆਪਣੇ ਤੀਜੇ ਕਾਵਿ ਸੰਗ੍ਰਹਿ ਜਵਾਲਾਮੁਖੀ ਜੋ ਕਿ 1947 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਵਿੱਚ ਬਾਵਾ ਦੀ ਜੋ ਸੂਝ ਹੈ ਉਹ ਥੋੜ੍ਹਾ ਤਿਖੇਰੀ ਹੋ ਜਾਂਦੀ ਹੈ, ਪਹਿਲੇ ਕਾਵਿ ਸੰਗ੍ਰਹਿ ਜੋ ਹਨ ਉਹਨਾਂ ਨਾਲੋਂ ਵੱਖਰੀ ਹੋ ਜਾਂਦੀ ਹੈ। ਕਿਉਂਕਿ ਇਸ ਵਕਤ ਉਸਦੀ ਸੂਝ ਜਿਹੜੀ ਹੈ ਉਹ ਇੰਨੀ ਚੇਤੰਨ ਹੋ ਗਈ ਹੈ ਕਿ ਉਹ ਜੋ ਸੰਸਾਰ ਨੂੰ ਮਿੱਥਿਆ ਮੰਨਣ ਵਾਲੀ ਧਰਮ ਚੇਤਨਾ ਹੈ ਉਸ ਦਾ ਵਿਰੋਧ ਕਰਦਾ ਹੈ। ਔਰ ਵਿਰੋਧ ਇਸ ਲਈ ਕਰਦਾ ਹੈ ਕਿਉਂਕਿ ਜੋ ਧਰਮ ਚੇਤਨਾ ਹੈ ਇਹ ਅਮੀਰ ਵਰਗ ਦਾ ਪੱਖ ਪੂਰਦੀ ਹੈ ਔਰ ਜੋ ਗਰੀਬ ਨੂੰ ਜੋ ਹੈ ਆਪਣੀ ਜ਼ਿੰਦਗੀ ਨੂੰ ਪੂਰਵਲੇ ਕਰਮਾਂ ਦਾ ਫਲ ਸਮਝਦਿਆਂ ਹੋਇਆਂ ਜਿਉਂ ਦਾ ਤਿਉਂ ਪ੍ਰਵਾਨ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ, ਜਿਸ ਦਾ ਜੋ ਹੈ ਆਪਣੀਆਂ ਕਵਿਤਾਵਾਂ ਦੇ ਵਿੱਚ ਬਾਵਾ ਨੇ ਪ੍ਰਗਟਾਵਾ ਵੀ ਕੀਤਾ ਹੈ। ਉਸ ਦੇ ਅਨੁਸਾਰ ਕਿ ਆਪਣੀ ਕਵਿਤਾ ਦੇ ਵਿੱਚ ਉਹ ਲਿਖਦਾ ਹੈ ਕਿ ਬੇਆਸ ਦਿਲਾਂ ਅੰਦਰ ਸ਼ੁਭ ਆਸ ਵਸਾਣੀ ਏ, ਨਾ ਬੁਲਬੁਲਾ ਏ ਜੀਵਨ ਨਾ ਦੁਨੀਆ ਹੀ ਫਾਨੀ ਏ, ਇਸ ਫਲਸਫੇ ਨੂੰ ਘੜਿਆ ਏ ਅਮੀਰੀ ਨੇ, ਹੈ ਲਾਭ ਅਮੀਰੀ ਨੂੰ ਅਤੇ ਦੁਨੀਆ ਦੀ ਹਾਨੀ ਏ। ਜਦੋਂ ਦੂਸਰੇ ਪਾਸੇ ਇੱਕ ਹੋਰ ਕਵਿਤਾ ਵੀ ਅਸੀਂ ਜ਼ਿਕਰ ਵਜੋਂ ਲੈ ਸਕਦੇ ਹਾਂ ਕਿ ਜਗਤ ਕੁਝ ਨਹੀਂ ਇਹ ਸ਼ਬਦ ਕਹਿਣ ਵਾਲੇ, ਜਗਤ ਕੁਝ ਨਹੀਂ ਇਹ ਸ਼ਬਦ ਕਹਿਣ ਵਾਲਾ, ਪੈਗੰਬਰ ਹੋਵੇ ਜਾਂ ਅੱਲਾਹ ਤਾਲਾ, ਕੋਈ ਪੀਰ ਹੋਵੇ ਕਿ ਅਵਤਾਰ ਹੋਵੇ, ਰਿਸ਼ੀ ਹੋਵੇ ਭਾਵੇਂ ਕਲਾਕਾਰ ਹੋਵੇ, ਉਹ ਅਣਜਾਣੇ ਜਾਣੇ ਹੈ ਸ਼ਾਹਾਂ ਦਾ ਸਾਥੀ, ਗੁਲਾਮੀ ਗਰੀਬੀ ਵਧੀ ਇਸੇ ਤੋਂ ਹੀ। ਭਾਵ ਉਹ ਦੁਨੀਆ ਦੇ ਵਿੱਚ ਗਰੀਬੀ ਜਾਂ ਗੁਲਾਮੀ ਦੇ ਵਧਣ ਦਾ ਕਾਰਨ ਵੀ ਸਾਡੇ ਅਧਿਆਤਮਵਾਦੀ ਨਜ਼ਰੀਆ ਜੋ ਹੈ ਸਮਾਜ ਦਾ, ਜੋ ਧਰਮ ਨੂੰ ਜੋ ਹੈ ਇੱਕ ਆੜ ਦੇ ਵਜੋਂ ਵਰਤ ਕੇ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ, ਉਹਨਾਂ ਨੂੰ ਮਿਥਦਾ ਹੈ। ਇਸੇ ਕਰਕੇ ਹੀ ਉਸ ਦੀਆਂ ਕਵਿਤਾਵਾਂ ਦੇ ਵਿੱਚ ਜੋ ਹੈ ਕ੍ਰਾਂਤੀਕਾਰੀ ਰੰਗ ਜੋ ਹੈ ਉਹ ਬੜਾ ਨਿਖਰਵੇਂ ਰੂਪ ਦੇ ਵਿੱਚ, ਕਿਉਂਕਿ ਮੂਲ ਰੂਪ ਦੇ ਵਿੱਚ ਤਾਂ ਬਾਵਾ ਜੋ ਹੈ ਉਹ ਕ੍ਰਾਂਤੀਕਾਰੀ ਕਵੀ ਹੀ ਹੈ ਔਰ ਉਹ ਮਾਨਵ ਪਿਆਰ ਦੇ ਜਾਂ ਇਨਕਲਾਬ ਦੇ ਗੀਤ ਗਾਉਂਦਾ ਹੈ ਔਰ ਮਨੁੱਖਤਾ ਦੇ ਵਿੱਚ ਜੋ ਹੈ ਇਨਕਲਾਬ ਦੇ ਰਾਹੀਂ ਜਾਂ ਕ੍ਰਾਂਤੀ ਦੇ ਰਾਹੀਂ ਜੋ ਹੈ ਤਬਦੀਲੀ ਲਿਆਉਣ ਦੀਆਂ ਬਾਤਾਂ ਪਾਉਂਦਾ ਹੈ। ਕਿਉਂਕਿ
ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਨੇ ਜੋ ਹੈ ਅਧਿਆਤਮਵਾਦੀ ਦ੍ਰਿਸ਼ਟੀ ਦੇ ਨਾਲ ਜੋ ਪਸਾਰਾ ਜਿਸ ਤਰ੍ਹਾਂ ਦਾ ਹੈ ਉਸ ਜਿਉਂ ਦਾ ਤਿਉਂ ਉਸ ਨੂੰ ਸਵੀਕਾਰ ਕਰਨ ਦੀ ਥਾਵੇਂ ਜੋ ਹੈ ਕ੍ਰਾਂਤੀ ਦੇ ਰਾਹੀਂ ਇਸ ਦੇ ਵਿੱਚ ਪਰਿਵਰਤਨ ਲਿਆਉਣ ਦੀ ਧਾਰਨਾ ਦਾ ਉਹ ਹਾਮੀ ਹੈ ਔਰ ਮਨੁੱਖ ਨੂੰ ਜੋ ਹੈ ਆਪਣੀ ਕਵਿਤਾ ਦੇ ਰਾਹੀਂ ਜੋ ਹੈ ਸੰਕੇਤਕ ਰੂਪ ਦੇ ਵਿੱਚ ਪ੍ਰੇਰਿਤ ਕਰਦਾ ਹੈ। ਸਿੱਧਾ ਉਸਨੇ ਆਪਣੀ ਕਵਿਤਾ ਦੇ ਵਿੱਚ ਇਸ ਦਾ ਪ੍ਰਚਾਰ ਨਹੀਂ ਕੀਤਾ, ਕਿਉਂਕਿ ਉਹ ਕਲਾ ਨੂੰ ਜੋ ਹੈ ਪ੍ਰਚਾਰ ਦਾ ਸਾਧਨ ਨਹੀਂ ਮੰਨਦਾ। ਇਸੇ ਤਰ੍ਹਾਂ ਉਸਦੀ ਕਵਿਤਾ ਦੇ ਵਿੱਚ ਜੋ ਹੈ ਮਨੁੱਖੀ ਕਲਿਆਣ ਦਾ ਵੀ ਰੰਗ ਉੱਭਰਦਾ ਹੈ, ਕਿਉਂਕਿ ਜਿਹੜਾ ਕਵੀ ਇਨਕਲਾਬੀ ਰੰਗਣ ਵਾਲਾ ਹੈ ਜਾਂ ਕ੍ਰਾਂਤੀ ਦੀਆਂ ਬਾਤਾਂ ਪਾਏਗਾ ਉਸ ਦੀਆਂ ਕਵਿਤਾਵਾਂ ਦੇ ਵਿੱਚ ਜੋ ਹੈ ਮਨੁੱਖੀ ਕਲਿਆਣ ਜੋ ਹੈ ਉਹ ਸਭ ਤੋਂ ਅਹਿਮ ਹੋਏਗਾ, ਕਿਉਂਕਿ ਉਹ ਕਵਿਤਾ ਨੂੰ ਆਪਣੀ ਜੋ ਸਾਹਿਤ ਸਿਰਜਣਾ ਹੈ ਉਸ ਨੂੰ ਸਮਾਜ ਦੇ ਕਲਿਆਣ ਦੇ ਲਈ ਜੋ ਹੈ ਮਨੁੱਖ ਦੇ ਹਿਰਦੇ ਦੇ ਵਿੱਚ ਜੋ ਹੈ ਇੱਕ ਚਿੰਗਾਰੀ ਪੈਦਾ ਕਰਨ ਦੇ ਲਈ ਵਰਤਦਾ ਹੈ। ਇਸ ਦੇ ਨਾਲ ਨਾਲ ਬਾਵਾ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਜੋ ਹੈ ਕੁਦਰਤ ਦਾ ਵੀ ਜੋ ਹੈ ਚਿਤਰਣ ਕੀਤਾ ਹੈ, ਕਿਉਂਕਿ ਮੁੱਖ ਰੂਪ ਦੇ ਵਿੱਚ ਭਾਵੇਂ ਉਸਦੇ 3 ਹੀ ਵਿਸ਼ੇ ਰਹੇ ਹਨ, ਅਧਿਆਤਮਵਾਦ, ਪ੍ਰੀਤ ਅਤੇ ਕ੍ਰਾਂਤੀਕਾਰੀ ਚੇਤਨਾ, ਪਰ ਇਸ ਦੇ ਨਾਲ ਨਾਲ ਉਸਨੇ ਜੋ ਹੈ ਸਮਕਾਲੀ ਸਮਾਜ ਦੇ ਵਿੱਚ ਜੋ ਔਰਤ ਦੀ ਦਸ਼ਾ ਜਾਂ ਦੁਰਦਸ਼ਾ ਹੈ ਉਸ ਦਾ ਵੀ ਚਿਤਰਣ ਕੀਤਾ ਹੈ, ਕੁਦਰਤ ਦਾ ਵੀ ਚਿਤਰਣ ਕੀਤਾ ਹੈ ਅਤੇ ਬੌਧਿਕਤਾ ਦਾ ਉਤਾਰਨੀ ਹੈ। ਭਾਵ ਕਿਸੇ ਵੀ ਵਿਸ਼ੇ ਨੂੰ ਪ੍ਰਗਟਾ ਰਿਹਾ ਹੋਵੇ, ਬਾਵਾ ਬਲਵੰਤ ਨੇ ਬੌਧਿਕਤਾ ਦਾ ਪੱਲਾ ਜੋ ਹੈ ਉਹ ਨਹੀਂ ਛੱਡਿਆ, ਕਿਉਂਕਿ ਬਾਵਾ ਬਲਵੰਤ ਦੀ ਕਵਿਤਾ ਨੂੰ ਸਮਝਣ ਦੇ ਲਈ ਪਾਠਕ ਨੂੰ ਉਸ ਤੱਕ ਪੁੱਜਣਾ ਪੈਂਦਾ ਹੈ, ਕਿਉਂਕਿ ਬੌਧਿਕਤਾ ਜਿਹੜੀ ਹੈ ਕਵਿਤਾਵਾਂ ਨੂੰ ਕਈ ਵਾਰਾਂ ਜੋ ਹੈ ਉਸਦੇ ਸੁਹਜਾਤਮਕ ਰੰਗ ਦੀ ਥਾਵੇਂ ਉਸਦੇ ਵਿੱਚ ਬੌਧਿਕ ਰੰਗ ਇੰਨਾ ਭਰ ਦਿੰਦੀ ਹੈ ਕਿ ਜਿਸ ਸਦਕਾ ਕਵਿਤਾ ਦੇ ਵਿੱਚ ਜਟਿਲਤਾ ਦਾ ਪ੍ਰਵੇਸ਼ ਹੋ ਜਾਂਦਾ ਹੈ। ਬੌਧਿਕ ਰੰਗ ਜੋ ਹੈ ਬਾਵਾ ਬਲਵੰਤ ਦੇ ਚੌਥੇ ਕਾਵਿ ਸੰਗ੍ਰਹਿ ਬੰਦਰਗਾਹ ਜੋ ਕਿ 1955 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਵਿੱਚ ਨਿਵੇਕਲੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਬੰਦਰਗਾਹ ਦੀਆਂ ਜਿਹੜੀਆਂ ਕਵਿਤਾਵਾਂ ਹਨ ਉਸ ਦੇ ਵਿੱਚ ਫਿਲਾਸਫੀਕਲ ਜਾਂ ਦਰਸ਼ਨ ਜੋ ਜਾਂ ਕਹਿ ਸਕਦੇ ਹਾਂ ਉਹ ਭਾਰੂ ਹੈ, ਔਰ ਜਿਸ ਸਦਕਾ ਇਸ ਦੀਆਂ ਕਵਿਤਾਵਾਂ ਦਾ ਜੋ ਹੈ ਵਿਸ਼ਾ ਜੋ ਹੈ ਗੰਭੀਰ ਰੂਪ ਧਾਰਨ ਕਰ ਗਿਆ ਹੈ, ਗੰਭੀਰਾਤਮਕ ਅੰਸ਼ ਜੋ ਹੈ ਇਸ ਦੀਆਂ ਕਵਿਤਾਵਾਂ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਸ ਤਰ੍ਹਾਂ ਬਾਵਾ ਬਲਵੰਤ ਜੋ ਹੈ ਉਸ ਨੇ ਯਾਨੀ ਕਿ ਜਿੰਨੇ ਵੀ ਕਾਵਿ ਸੰਗ੍ਰਹਿ ਲਿਖੇ ਹਨ, ਹਰ ਕਾਵਿ ਸੰਗ੍ਰਹਿ ਜੋ ਹੈ ਉਸ ਦੀ ਵੱਖਰੀ ਵਿਚਾਰਧਾਰਾ ਨੂੰ ਜਾਂ ਜੋ ਵੱਖਰੇ ਜੋ ਉਸ ਸਮੇਂ ਦੇ ਉਸਦੇ ਮਾਨਸਿਕ ਜੋ ਵਲਵਲੇ ਹਨ ਉਹਨਾਂ ਨੂੰ ਪੇਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਸੁਗੰਧ ਸਮੀਰ ਕਾਵਿ ਸੰਗ੍ਰਹਿ ਜੋ ਹੈ ਉਸ ਦੇ ਵਿੱਚ ਬੰਦਰਗਾਹ ਨਾਲੋਂ ਵੀ ਜ਼ਿਆਦਾ ਜਿਹੜੀ ਹੈ ਇੱਕ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ, ਕਿਉਂਕਿ ਸੁਗੰਧ ਸਮੀਰ ਕਾਵਿ ਸੰਗ੍ਰਹਿ ਦੇ ਵਿੱਚ ਬਾਵਾ ਬਲਵੰਤ ਜੋ ਹੈ ਇੱਕ ਪੱਕਾ ਮਾਰਕਸਵਾਦੀ ਕਵੀ ਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਇਸ ਤਰ੍ਹਾਂ ਬਾਵਾ ਬਲਵੰਤ ਦੀਆਂ ਕਵਿਤਾਵਾਂ ਦੇ ਵਿਸ਼ੇ ਪੱਖ ਤੋਂ ਬਾਅਦ ਜੋ ਹੈ ਅੱਗੇ ਅਸੀਂ ਬਾਵਾ ਬਲਵੰਤ ਦੀਆਂ ਕਵਿਤਾਵਾਂ ਦਾ ਜੋ ਰੂਪਕ ਪੱਖ ਹੈ ਉਸ ਦੇ ਬਾਰੇ ਚਰਚਾ ਕਰਾਂਗੇ। ਰੂਪਕ ਪੱਖ ਜੋ ਹੈ ਇਸ ਦੇ ਵਿੱਚ, ਕਿਉਂਕਿ ਬਾਵਾ ਬਲਵੰਤ ਇੱਕ ਅਜਿਹਾ ਕਵੀ ਹੈ ਜਿਸ ਨੇ ਜੋ ਸਮਕਾਲੀ ਪੰਜਾਬੀ ਕਵੀ ਸਨ ਜਾਂ ਉਸ ਤੋਂ ਪਹਿਲਾਂ ਦੇ ਪੰਜਾਬੀ ਕਵੀ ਹੋਏ ਹਨ ਉਹਨਾਂ ਨਾਲੋਂ ਬਿਲਕੁਲ ਵੱਖਰੀ ਸੁਰ ਅਖਤਿਆਰ ਕੀਤੀ ਹੈ ਅਤੇ ਆਪਣੀ ਕਵਿਤਾ ਦਾ ਜਿਹੜਾ ਕਾਵ ਮੁਹਾਂਦਰਾ ਹੈ ਉਹ ਵੀ ਦੂਜਿਆਂ ਨਾਲੋਂ ਵੱਖਰਾ ਹੈ। ਇਸ ਲਈ ਆਪਣੀ ਗੱਲ ਕਹਿਣ ਦੇ ਵਿੱਚ ਬਾਵਾ ਬਲਵੰਤ ਨੇ ਇੱਕ ਨਿਵੇਕਲੀ ਸ਼ੈਲੀ ਜਿਹੜੀ ਹੈ ਉਹ ਅਪਣਾਈ ਹੈ, ਜਿਸ ਦੇ ਲਈ ਉਸਨੇ ਵੱਖਰੇ ਕਾਵ ਬਿੰਬ ਸਿਰਜੇ ਹਨ। ਪ੍ਰਤੀਕਾਤਮਕ ਰੂਪ ਦੇ ਵਿੱਚ ਉਸਨੇ ਆਪਣੀ ਗੱਲ ਨੂੰ ਕਿਹਾ ਹੈ, ਛੰਦਮਈ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਉਸਦੀ ਭਾਸ਼ਾ ਸ਼ੈਲੀ ਜਿਹੜੀ ਹੈ ਉਹ ਬਿਲਕੁਲ ਨਿਵੇਕਲੀ ਹੈ। ਬਾਵਾ ਬਲਵੰਤ ਦਾ ਜਿਹੜਾ ਲਿਖਣ ਦਾ ਅੰਦਾਜ਼ ਹੈ ਉਹ ਦੂਜਿਆਂ ਨਾਲੋਂ ਵੱਖਰਾ ਕਿਉਂ ਹੈ, ਕਿਉਂਕਿ ਉਸਨੇ ਵੱਖਰੇ ਬਿੰਬ ਪ੍ਰਤੀਕ ਘੜੇ ਹਨ ਅਤੇ ਉਸ ਦਾ ਜੋ ਲਿਖਣ ਦਾ ਢੰਗ ਕਹਿ ਸਕਦੇ ਹਾਂ ਜੋ ਉਸਦੇ ਭਾਵਾਂ ਦੇ ਅਨੁਕੂਲ ਹੈ, ਜਿਸ ਸਦਕਾ ਉਸ ਦੇ ਵਿੱਚ ਸੰਗੀਤਾਤਮਕਤਾ ਦਾ ਅੰਸ਼ ਜੋ ਹੈ ਉਹ ਭਰਪੂਰ ਮਾਤਰਾ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਦੂਜੇ ਸ਼ਬਦਾਂ ਦੇ ਵਿੱਚ ਅਸੀਂ ਜੇ ਕਹਿ ਸਕੀਏ ਕਿ ਬਾਵਾ ਬਲਵੰਤ ਦੀ ਜਿਹੜੀ ਹੈ
ਸ਼ੈਲੀ ਜਿਹੜੀ ਹੈ ਉਹ ਬਿਲਕੁਲ ਮੌਲਿਕ ਹੈ, ਆਪਣੇ ਕਿਸਮ ਦੀ ਹੈ, ਭਾਵ ਉਸ ਜਿਹਾ ਕੋਈ ਨਹੀਂ ਹੈ, ਕਿਉਂਕਿ ਉਸਨੇ ਆਪਣੀ ਜੋ ਗੱਲ ਕਹਿਣ ਦਾ ਅੰਦਾਜ਼, ਆਪਣੀ ਕਾਵ ਸਿਰਜਣਾ ਦਾ ਜੋ ਅੰਦਾਜ਼ ਚੁਣਿਆ ਹੈ ਉਹ ਬੜਾ ਹੀ ਗੁਣਾਂ ਦੇ ਨਾਲ ਭਰਪੂਰ ਹੈ। ਗੁਣ ਭਰਪੂਰ ਕਿਉਂ ਹੈ? ਕਿਉਂਕਿ ਉਸਨੇ ਨਵੇਂ ਸਮਾਸ ਘੜੇ ਹਨ, ਨਵੇਂ ਸ਼ਬਦ ਘੜੇ ਹਨ, ਨਵੀਂ ਬੋਲੀ ਘੜੀ ਹੈ, ਨਵਾਂ ਜੋ ਹੈ ਕਾਵ ਮੁਹਾਂਦਰਾ ਉਸਨੇ ਚੁਣਿਆ ਹੈ। ਸੰਬੋਧਨੀ ਸ਼ੈਲੀ ਨੂੰ ਤਿਆਗ ਕੇ ਉਸਨੇ ਪ੍ਰਤੀਕਾਤਮਕ ਢੰਗ ਦੇ ਨਾਲ ਆਪਣੀ ਗੱਲ ਕਹੀ ਹੈ। ਕਿਉਂਕਿ ਬਾਵਾ ਬਲਵੰਤ ਜਿੱਥੇ ਪੰਜਾਬੀ ਕਵਿਤਾ ਨੂੰ ਵਿਚਾਰ ਵੱਲੋਂ ਇੱਕ ਵੱਖਰਾ ਅੰਦਾਜ਼ ਬਖਸ਼ਦਾ ਹੈ, ਉੱਥੇ ਉਸਨੇ ਪੰਜਾਬੀ ਕਵਿਤਾ ਦੇ ਵਿੱਚ ਇੱਕ ਨਵਾਂ ਕਾਵ ਮੁਹਾਵਰਾ ਵੀ ਸਿਰਜਿਆ ਹੈ। ਪ੍ਰਚਾਰਮਈ ਜਿਹੜੀ ਜਾਂ ਸੰਬੋਧਨੀ ਸ਼ੈਲੀ ਦੀ ਥਾਂ ਉਸਨੇ ਸੰਕੇਤਾਤਮਕ ਪ੍ਰਤੀਕਾਤਮਕ ਸ਼ੈਲੀ ਦੀ ਵਰਤੋਂ ਕੀਤੀ ਹੈ, ਜਿਸ ਸਦਕਾ ਜੋ ਹੈ ਕਵਿਤਾ ਦੇ ਵਿੱਚ ਤਰੋਤਾਜ਼ਗੀ ਆਈ ਹੈ। ਇਸ ਸੰਬੰਧ ਦੇ ਵਿੱਚ ਉਸਦੀ ਗਜ਼ਲ ਦਾ ਇੱਕ ਸ਼ੇਅਰ ਵੀ ਹੈ ਕਿ ਗਜ਼ਲ ਦੀ ਜਾਨ ਹੈ ਸੰਕੇਤ ਉਸਦਾ, ਆਲੋਚਕ ਨੂੰ ਧਿਆਨ ਆਏ ਨਾ ਆਏ। ਹੋਰ ਵੀ ਵਿਦਿਆਰਥੀਆਂ ਦੇ ਲਈ ਖਾਸ ਕਰਕੇ ਇੱਕ ਤਾਕੀਦ ਹੈ ਕਿ ਜਿੰਨੇ ਵੀ ਵਿਦਿਆਰਥੀਆਂ ਨੇ ਕਿਸੇ ਵੀ ਕਵੀ ਦੀ ਸਾਹਿਤਕ ਦੇਣ ਦੇ ਵਿੱਚ ਜਿੰਨੇ ਵੀ ਪੁਆਇੰਟ ਲਿਖਣੇ ਹਨ, ਹਰ ਪੁਆਇੰਟ ਦੇ ਵਿੱਚ ਆਪਣੇ ਵਿਚਾਰ ਦੀ ਜੋ ਹੈ ਪ੍ਰੋੜਤਾ ਦੇ ਲਈ, ਆਪਣੇ ਨਜ਼ਰੀਏ ਦੀ ਪ੍ਰੋੜਤਾ ਦੇ ਲਈ ਉਸ ਕਵੀ ਦੀਆਂ ਕਾਵ ਤੁਕਾਂ ਨੂੰ ਜੋ ਹੈ ਹਵਾਲੇ ਵਜੋਂ ਜ਼ਰੂਰ ਦਿੱਤਾ ਜਾਵੇ, ਜਿਸ ਦੇ ਨਾਲ ਉਹਨਾਂ ਦਾ ਜੋ ਅੰਦਾਜ਼ ਹੈ ਉਹ ਬਿਲਕੁਲ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਸ ਲਈ ਕੁਝ ਕਵਿਤਾਵਾਂ ਜਿਹੜੀਆਂ ਨੇ ਹਵਾਲੇ ਦੇ ਵਜੋਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀ ਜਿਹੜੇ ਨੇ ਆਪਣੀ ਜੋ ਹੈ ਲੋੜ ਦੇ ਅਨੁਸਾਰ ਹਰ ਪੁਆਇੰਟ ਦੇ ਵਿੱਚ ਵਰਤ ਸਕਦੇ ਹਨ। ਜਿਵੇਂ ਉਸ ਦਾ ਹਾਰ ਕਵਿਤਾ ਹੈ, ਉਸ ਦੇ ਵਿੱਚ ਮਿਸਾਲ ਲਈ ਜਾ ਸਕਦੀ ਹੈ ਜਦੋਂ ਬਾਵਾ ਬਲਵੰਤ ਲਿਖਦਾ ਹੈ ਕਿ ਜੇ ਕਲਾ ਦੇ ਰਾਹ ਦੀ ਰੋਸ਼ਨੀ ਬਣ ਜਾਇਓ, ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ, ਕੋਈ ਲੱਭਦਾ ਏ ਸੁੰਦਰਤਾ 'ਚੋਂ ਕਮਾਲ, ਕੋਈ ਕਹਿੰਦਾ ਏ ਸਮਾਂ ਜਾਇਆ ਕਰੇ, ਐ ਮੁਹੱਬਤ ਤੇਰੀ ਮਨਸ਼ਾ ਦੀ ਬਹਾਰ, ਜੇ ਹਿੰਮਤੀ ਤਲੀਆਂ 'ਤੇ ਉਗ ਆਇਆ ਕਰੇ। ਭਾਵ ਮੁਹੱਬਤ ਨੂੰ ਉਹ ਇੱਕ ਪ੍ਰੇਰਕ ਸ਼ਕਤੀ ਦੇ ਵਿੱਚ, ਇੱਕ ਉਪਜਾਊ ਸ਼ਕਤੀ ਦੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਹੈ। ਫਿਰ ਇੱਕ ਹੋਰ ਕਵਿਤਾ ਹੈ ਉਸਦੀ ਸਮਾਜਵਾਦ, ਜੋ ਕਿ ਬੇਹੱਦ ਮਕਬੂਲ ਕਵਿਤਾ ਹੈ। ਉਸ ਦੇ ਵਿੱਚ ਉਸਨੇ ਸਮਾਜਵਾਦ ਨੂੰ ਜੋ ਹੈ ਜਾਂ ਪੂੰਜੀਵਾਦ ਨੂੰ ਇੱਕ ਮਹਾਰਾਣੀ ਦੇ ਰੂਪ ਦੇ ਵਿੱਚ ਚਿਤਰਿਆ ਹੈ। ਜਿਵੇਂ ਜਨਮ ਤੋਂ ਪਹਿਲਾਂ ਮੈਨੂੰ ਇੱਕ ਜੋਤਸ਼ੀ ਕਹਿੰਦਾ ਰਿਹਾ, ਇੱਥੇ ਜੋਤਸ਼ੀ ਸ਼ਬਦ ਜੋ ਹੈ ਇਹ ਕਾਰਲ ਮਾਰਕਸ ਦੇ ਲਈ ਪ੍ਰਤੀਕਾਤਮਕ ਰੂਪ ਦੇ ਵਿੱਚ ਵਰਤਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਮੈਨੂੰ ਇੱਕ ਜੋਤਸ਼ੀ ਕਹਿੰਦਾ ਰਿਹਾ, ਇਸ ਦੇ ਹੱਥੋਂ ਹੈ ਮਹਾਰਾਣੀ ਦੀ ਮੌਤ। ਮਹਾਰਾਣੀ ਭਾਵ ਪੂੰਜੀਵਾਦ ਦੀ ਮੌਤ। ਇਸੇ ਤਰ੍ਹਾਂ ਇੱਕ ਬਹੁਤ ਹੀ ਵਧੀਆ ਕਵਿਤਾ ਦਾ ਉਦਾਹਰਣ ਲਿਆ ਜਾ ਸਕਦਾ ਹੈ ਕਿ ਆਏਗੀ ਪੁਸ਼ਪ ਅੰਦਰ ਕੁਝ ਦੇਰ ਨੂੰ ਸੁਗੰਧੀ, ਆਸ਼ਾ ਦੇ ਬੂਟਿਆਂ ਨੂੰ ਉਹ ਦੇਰ ਹੈ ਗਵਾਰਾ। ਅਤੇ ਜਾਂ ਇੱਕ ਅਜੋਕਾ ਜੋ ਸਮਕਾਲੀ ਅੰਦੋਲਨ ਚੱਲ ਰਿਹਾ ਹੈ, ਕਿਸਾਨ ਅੰਦੋਲਨ, ਇਸ ਦੇ ਨਾਲ ਜੋ ਹੈ ਇਸੇ ਰੰਗ ਦੀ ਕਵਿਤਾ ਜਿਹੜੀ ਹੈ ਉਸ ਸਮੇਂ ਵੀ ਬਾਵਾ ਨੇ ਲਿਖੀ ਹੈ, ਜੋ ਉਸਨੇ ਤੇਲੰਗਾਨਾ ਦੇ ਜੋ ਕਿਰਤੀ ਕਿਸਾਨ ਸਨ ਉਹਨਾਂ ਨੂੰ ਦੇ ਬਾਰੇ ਲਿਖੀ ਸੀ ਕਿ ਖੇਤ ਤੇਰੇ ਹੋਣ ਵਾਲੇ ਨੇ ਅਧੀਨ, ਦੇਸ਼ ਤੇਰਾ ਹੋਣ ਵਾਲਾ ਏ ਗੁਲਾਮ, ਜਾਗ ਜੀਵਨ ਦੀ ਕਲਾ ਦੇ ਇੰਤਕਾਮ, ਕਰ ਲਿਆ ਤੂੰ ਕੁਦਰਤ ਦੀ ਗੋਦ ਵਿੱਚ ਕਾਫੀ ਆਰਾਮ।